ਕਲੇਰ ਸਾਹਿਬ ਤੁਸੀਂ ਵੀ ਆਪਣੀ ਗੱਲ ਇਹਦੇ ਚ ਐਡ ਕਰ ਦਿਓ ਕਿਉਂਕਿ ਜ਼ਿਕਰ ਅਕਾਲੀ ਦਲ ਦਾ ਵੀ ਹੋਇਆ ਅੱਜ। ਉਧਰ ਗੱਠਜੋੜ ਹੋਇਆ 26 ਪਾਰਟੀਆਂ, ਇੱਧਰ ਹੋਇਆ 38। ਅਕਾਲੀ ਦਲ ਕਿਤੇ ਵੀ ਨਹੀਂ, ਨਾ ਇੱਧਰ ਹੈ ਨਾ ਉੱਧਰ ਹੈ, ਨਜ਼ਰ ਨਹੀਂ ਆਇਆ। ਸੋ ਅਕਾਲੀ ਦਲ ਦੀ ਕੀ ਸਥਿਤੀ ਹੈ, ਫਿਰ ਮੈਂ ਬੀਜੇਪੀ ਤੇ ਸੋਢੀ ਸਾਹਿਬ ਕੋਲ ਡਿਟੇਲਡ ਸਾਰੇ ਪਾਰਟੀਆਂ ਦਾ ਵਰਸ਼ਨ ਲੈਣਾ ਹੈ ਜੀ। ਦੇਖੋ ਵਿਜੇ ਜੀ, ਮੈਂ ਤਾਂ ਸਭ ਤੋਂ ਪਹਿਲਾਂ ਅੱਜ ਵਧਾਈ ਦਊਂਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਿ ਜਿਹੜਾ ਰਿਸ਼ਤਾ ਜਿਹਦਾ ਕੋਈ ਪਹਿਲਾਂ ਨਾਂ ਨਹੀਂ ਸੀ, ਲੁਕ ਛਿਪਕੇ ਸੀ, ਅੱਜ ਘੱਟੋ ਘੱਟ ਇਹਨਾਂ ਨੇ ਜਨਤਾ ਦੇ ਸਾਹਮਣੇ ਉਹਦਾ ਇੱਕ ਨਾਂ ਦੇਤਾ ਕਿ ਜੀ ਸਾਡਾ INDIA ਇੱਕ ਅਲਾਇੰਸ ਹੈ, ਇੱਕ ਗੱਠਜੋੜ ਹੈ, ਇੱਕ ਵਿਆਹ ਹੈ। ਚਲੋ ਘੱਟੋ ਘੱਟ ਰਿਸ਼ਤਾ ਜਾਇਜ਼ ਹੋ ਗਿਆ, ਜਿਹੜਾ ਪਹਿਲਾਂ ਨਾਜਾਇਜ਼ ਤਰੀਕੇ ਦੇ ਨਾਲ ਪੰਜਾਬ 'ਚ ਚੱਲ ਰਿਹਾ ਸੀਗਾ। ਕੈਂਡੀਡੇਟ ਤਾਂ ਪਹਿਲਾਂ ਵੀ ਉਹੀ ਜੀ ਕਹਿ ਰਹੇ ਨਹੀਂ ਕੈਂਡੀਡੇਟ ਤਾਂ ਪਹਿਲਾਂ ਵੀ ਇੱਕ ਦੂਜੇ ਪਾਸੇ ਜਾਂਦੇ ਸੀ। ਦੇਖੋ ਜਲੰਧਰ 'ਚ ਵੀ ਕਾਂਗਰਸ ਨੇ ਆਪ ਨੂੰ ਕੈਂਡੀਡੇਟ ਦਿੱਤਾ, ਅੰਦਰ ਖਾਤੇ ਚੱਲਦਾ ਸੀ। ਹੁਣ ਮੈਂ ਬੜੇ ਸਪਸ਼ਟ ਤੌਰ ਤੇ ਉਰੇ ਗਰੇਵਾਲ ਸਾਹਿਬ ਬੈਠੇ ਨੇ, ਇਹਨੂੰ ਸਿੱਧਾ ਤੇ ਸਪਸ਼ਟ ਸਵਾਲ ਕਰਦਾ ਕਿ ਅਲਾਇੰਸ ਦਾ ਮਤਲਬ ਕੀ ਹੁੰਦਾ ਹੈ, ਸੀਟ ਸ਼ੇਅਰਿੰਗ ਦਾ ਮਤਲਬ ਕੀ ਹੁੰਦਾ ਹੈ। ਇਹੀ ਜੀ ਰਾਜਨੀਤੀ ਅਸੀਂ ਤਾਂ ਕਦੇ ਪਹਿਲਾਂ ਦੇਖੀ ਨਹੀਂ ਕਿ ਜੀ ਅਸੀਂ ਅਲਾਇੰਸ 'ਚ ਹਾਂ ਪਰ ਅਸੀਂ ਅੱਡ ਅੱਡ ਲੜਾਂਗੇ, ਸਰਕਾਰ ਅਸੀਂ ਇਕੱਠੇ ਬਣਾਵਾਂਗੇ। ਅਸਲ ਦੇ ਵਿੱਚ ਵਿਜੇਪਾਲ ਜੀ ਗੱਲ ਇਹ ਹੈ ਕਿ ਕੇਜਰੀਵਾਲ ਸਾਹਿਬ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੇਚਤਾ। ਇਹਨਾਂ ਨੂੰ ਸਮਝ ਨਹੀਂ ਆ ਰਿਹਾ, ਹਾਲੇ ਇਹਨਾਂ ਨੂੰ ਲਾਈਨ ਹੀ ਨਹੀਂ ਪਤਾ ਲੈਣੀ ਕੀ ਹੈ। ਔਰ ਦੂਜੇ ਪਾਸੇ ਮੈਂ ਵਿਦਰੋਹੀ ਸਾਹਿਬ ਦੀ ਗੱਲ ਕਰਦਾ, ਇਹਨਾਂ ਦੇ ਪ੍ਰਤਾਪ ਬਾਜਵਾ ਸਾਹਿਬ ਕਹਿੰਦੇ ਜੀ ਸਾਡਾ ਕੋਈ ਅਲਾਇੰਸ ਨਹੀਂ, ਮੁੱਖ ਵਿਰੋਧੀ ਧਿਰ ਸਾਡੀ ਉਹੀ ਹੈ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਕੀ ਕਿਹਾ, ਉਹ ਵੀ ਸਾਬਕਾ ਮੰਤਰੀ ਨੇ। ਵਿਦਰੋਹੀ ਸਾਹਿਬ ਦਾ ਤਾਂ ਮੈਨੂੰ ਪਤਾ ਨਹੀਂ ਕਿ MLA ਰਹੇ ਨੇ, ਮੰਤਰੀ ਰਹੇ ਨੇ, ਪਰ ਪੰਜਾਬ ਦਾ ਇੱਕ ਮੰਤਰੀ, ਕਾਂਗਰਸ ਦਾ ਪ੍ਰੋਮੀਨੈਂਟ ਚਿਹਰਾ, ਉਹ ਕਹਿ ਰਿਹਾ ਕਿ ਅਲਾਇੰਸ ਗੱਠਜੋੜ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਆਪਣੀ ਲਾਈਨ ਕਲੀਅਰ ਕਰੇ। ਇਹ ਪਹਿਲੀ ਵਾਰੀ ਹੋਇਆ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿ ਕੋਈ ਮੁੱਖ ਵਿਰੋਧੀ ਧਿਰ ਤੇ ਸਰਕਾਰ ਗੱਠਜੋੜ ਚ ਆ ਜਾਣ, ਪਹਿਲਾਂ ਕਦੇ ਨਹੀਂ ਹੋਇਆ, ਇਹ ਪਹਿਲੀ ਵਾਰੀ ਹੋਇਆ। ਔਰ ਦੂਜੇ ਪਾਸੇ ਇਹ ਵੀ ਦੱਸ ਦੇਣ ਕਿ ਇਹਨਾਂ ਦੀ ਲਾਈਨ ਹੈ ਕੀ ਹੈ, ਇਹਨਾਂ ਦੀ ਲਾਈਨ ਹੈ ਕੀ ਹੈ। UCC ਤੇ ਕੇਜਰੀਵਾਲ ਸਾਹਿਬ ਮੋਦੀ ਸਾਹਿਬ ਦੇ ਨਾਲ ਖੜੇ ਨੇ, ਉਹ ਕਹਿੰਦੇ ਇਨ ਪ੍ਰਿੰਸੀਪਲ ਮੈਂ UCC ਦੇ ਨਾਲ ਆ, ਫਿਰ ਉੱਥੇ ਇਹਨਾਂ ਦੀ ਧਰਮ ਨਿਰਪੇਖਤਾ ਦੀ ਗੱਲ ਕਿੱਥੇ ਜਾਂਦੀ ਹੈ। ਹੁਣ ਆ ਕੇ ਜਦੋਂ ਆਪਣੀ ਆਰਡੀਨੈਂਸ ਦੀ ਗੱਲ ਆ ਗਈ, ਕੇਰਲਾ ਦੇ ਵਿੱਚ ਹੋਇਆ, ਹੁਣ ਆ ਕੇ ਹੋ ਰਿਹਾ ਕੇਰਲਾ ਸਾਹਿਬ ਉਹ ਕਹਿ ਰਹੇ ਨੇ ਕੇਰਲਾ 'ਚ ਹੋਇਆ। ਕੇਰਲਾ 'ਚ ਜਿਹੜੀ ਇਹ ਗੱਲ ਕਹਿ ਰਹੇ ਨੇ ਜੀ, ਉਹ ਕੋਈ ਅਲਾਇੰਸ ਨਹੀਂ ਸੀ। UPA ਜਦੋਂ ਬਣਿਆ ਉਹ 2004 ਦੇ ਵਿੱਚ, ਜਦੋਂ ਬਾਅਦ ਦੇ ਵਿੱਚ ਇਕੱਠੇ ਹੋਏ ਦਲ, ਉਹ ਤੋਂ ਬਾਅਦ ਬਣਿਆ ਤੇ ਸੋਨੀਆ ਗਾਂਧੀ ਜੀ ਨੂੰ ਉਹਦਾ ਕਨਵੀਨਰ ਲਾਤਾ। UPA ਦੀ ਪਹਿਲਾਂ ਕੋਈ ਗੱਲ ਨਹੀਂ ਸੀ ਉੱਥੇ। ਸੋ ਤੁਸੀਂ ਘੱਟੋ ਘੱਟ, ਮੈਂ ਫੇਰ ਦੁਬਾਰਾ ਕਹਿਣਾ ਜੀ, ਅੱਜ ਇਹ ਗੱਲ ਸਪਸ਼ਟ ਕਰੋ ਕਿ ਪੰਜਾਬ ਦੀ ਵਿਰੋਧੀ ਧਿਰ ਕੌਣ ਹੈ, ਕਿਉਂਕਿ ਕਾਂਗਰਸ ਤਾਂ ਸਰਕਾਰ 'ਚ ਸ਼ਾਮਲ ਹੋ ਗਈ। ਪ੍ਰਤਾਪ ਬਾਜਵਾ ਸਾਹਿਬ ਦਾ ਦਰਦ ਠੀਕ ਹੈ ਕਿਉਂਕਿ ਉਹਨਾਂ ਦਾ LOP ਦਾ ਅਹੁਦਾ, ਚਲੋ ਇਹ ਤੇ ਵੀ ਕਹਿ ਰਹੇ ਇਹਦੇ ਤੇ ਸਥਿਤੀ ਸਪਸ਼ਟ ਕਰੋ। ਪੰਜਾਬ ਨੇ ਵੋਟ ਕਿਹਨੂੰ ਪਾਈ? ਮੈਂ ਬਰਾੜ ਸਾਹਿਬ ਇੱਕ ਮਿੰਟ, ਬਰਾੜ ਸਾਹਿਬ ਇਹਨਾਂ ਨੂੰ ਕੋਈ ਚੁੱਪ ਰਹਿਣ, ਉਹ ਕਹਿੰਦੇ ਪੰਜਾਬ 'ਚ ਨਹੀਂ ਹੋਏਗਾ। ਮੈਂ ਸਿੱਧੀ ਗੱਲ ਕਰ, ਆਮ ਆਦਮੀ ਪਾਰਟੀ ਇਹ ਦੱਸੇ ਜੀ ਇਹਨਾਂ ਜਨਮ ਕਾਹਦੇ 'ਚ ਹੋਇਆ ਸੀ, ਜਿਹੜਾ ਕਾਂਗਰਸ ਦੇ ਖਿਲਾਫ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉੱਥੋਂ ਜਨਮ ਹੋਇਆ। ਇਹ ਕਹਿੰਦੇ ਜੀ ਮਨਮੋਹਨ ਸਿੰਘ ਦੀ ਸਰਕਾਰ ਨੇ ਕਰਪਸ਼ਨ ਕੀਤੀ। ਚਲੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਵੇਂ ਸਰਕਾਰ ਬਣਾਈ? ਕਾਂਗਰਸ ਦੇ ਵਿਰੋਧੀ ਬਣਾਈ। ਅੱਜ ਇਹ ਕਹਿੰਦੇ ਜੀ ਕਾਂਗਰਸ ਦੇ ਮੰਤਰੀ ਇੱਕ ਬੀਜੇਪੀ ਜੇਲ੍ਹ 'ਚ ਸਿੱਟ ਰਹੇ ਆ। ਸੋ ਅੱਜ ਇਹ ਜਿਹੜਾ ਅਲਾਇੰਸ ਹੈ, ਬੀਜੇਪੀ ਕਿਹੜਾ ਗੁਪਤ ਸਮਝੌਤਾ ਪੰਜਾਬ ਨੂੰ ਦੱਸਦਾ ਦਿਓ। ਆਪਾਂ ਬੀਜੇਪੀ ਦਾ ਪ੍ਰਤੀਕਰਮ ਲੈ ਲਈਏ, ਫਿਰ ਇਕੱਠਾ ਜਵਾਬ ਲੈਣੇ ਆ। ਸੋਢੀ ਸਾਹਿਬ ਤੋਂ ਤੁਹਾਡਾ ਰਿਐਕਸ਼ਨ ਬੜਾ ਜ਼ਰੂਰੀ ਹੈ ਕਿਉਂਕਿ ਸਭ ਕੁਝ ਜਿਹੜਾ ਅੱਜ ਸਾਹਮਣੇ ਆਇਆ ਹੈ, ਜੋ ਸਿਆਸੀ ਘਟਨਾਕ੍ਰਮ ਇੱਕ ਵੱਡਾ ਹੋਇਆ ਹੈ, ਇੰਡੀਆ ਜਿਸ ਦੇ ਵਿੱਚੋਂ ਨਾਮ ਨਿਕਲ ਕੇ ਆਇਆ ਹੈ, NDA ਦੇ ਉਹ ਖਿਲਾਫ ਹੈ, ਸਿੱਧਾ ਨਿਸ਼ਾਨੇ ਬੀਜੇਪੀ ਤੇ ਸਾਧੇ ਜਾ ਰਹੇ ਹੈ। ਇਹ ਦੇਸ਼ ਲੈਵਲ ਦਾ ਮਸਲਾ ਹੈ, ਇਕੱਲੇ ਪੰਜਾਬ ਦੀ ਤੇ ਗੱਲ ਵੀ ਨਹੀਂ ਹੈ। ਦੇਖੋ ਬਰਾੜ ਸਾਹਿਬ, ਜਿਹੜੇ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ, ਪਹਿਲੀ ਗੱਲ ਤਾਂ ਜਿਹੜਾ ਅੱਜ ਮਹਾਗਠਬੰਧਨ ਨੇ ਨਾਂ ਰੱਖਿਆ ਹੈ ਜੀ, ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਜੀ, ਇਹਦਾ ਮਤਲਬ ਮੈਂ ਦੱਸ ਦਿੰਦਾ ਕਿ I ਦਾ ਮਤਲਬ ਹੈ ਇਨ ਸਭ ਨੇ, N ਦਾ मतलब है अपनी नैया को, D का मतलब है डूबने से बचाने के लिए, और I का मतलब है इंडिया नाम का, A का मतलब है आसरा लिया है। मेरा कहना यह है कि देश दे विच संविधान भी सुरक्षित है, देश दे विच लोकतंत्र नूं कोई खतरा नहीं, देश दे विच कानून नूं कोई खतरा नहीं। वावा कढ़ लिया तुसीं। जे खतरा है ते बराड़ साहब अपने परिवारां नूं बचाउण दा, ਆਪਣੇ ਭ੍ਰਿਸ਼ਟਾਚਾਰ ਦੇ ਉੱਪਰ ਜਿਹੜੇ ਲੱਗੇ ਦੋਸ਼ ਨੇ ਉਹਨਾਂ ਨੂੰ ਬਚਾਉਣ ਦਾ ਮਸਲਾ ਹੈ, ਦੇਸ਼ ਦਾ ਕੋਈ ਮਸਲਾ ਨਹੀਂ। ਜੇ ਦੇਸ਼ ਦੇ ਵਿੱਚ ਲੋਕਤੰਤਰ ਖਤਰੇ 'ਚ ਹੁੰਦਾ ਤੇ ਹਿਮਾਚਲ 'ਚ ਸਰਕਾਰ ਕਾਂਗਰਸ ਦੀ ਕਿਵੇਂ ਬਣ ਗਈ, ਕਰਨਾਟਕਾ ਦੇ ਵਿੱਚ ਕਿਵੇਂ ਬਣ ਗਈ? ਜੇ ਦੇਸ਼ ਦੇ ਵਿੱਚ ਲੋਕਤੰਤਰ ਖਤਰੇ 'ਚ ਹੁੰਦਾ, ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟ ਦਾ ਹੋਇਆ ਉਹਦੇ 'ਚ ਆਮ ਆਦਮੀ ਪਾਰਟੀ ਨੇ ਕਿਵੇਂ ਜਿੱਤ ਪ੍ਰਾਪਤ ਕਰ ਲਈ? ਜੇ ਦੇਸ਼ ਦਾ ਸੰਵਿਧਾਨ ਜਾਂ ਕਾਨੂੰਨ ਖਤਰੇ 'ਚ ਹੁੰਦਾ
ਤੇ ਅੱਜ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਮੰਤਰੀ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਕਿਉਂ ਹੁੰਦਾ? ਸਤਿੰਦਰ ਜੈਨ ਦੀ 2 ਸਾਲਾਂ ਤੋਂ ਜ਼ਮਾਨਤ ਨਹੀਂ ਹੋਈ। ਦੇਸ਼ ਦੇ ਵਿੱਚ ਲੋਕਤੰਤਰ ਵੀ ਖਤਰੇ 'ਚ ਨਹੀਂ, ਕੋਈ ਸੰਵਿਧਾਨ ਖਤਰੇ 'ਚ ਨਹੀਂ। ਖਤਰੇ ਦੇ ਵਿੱਚ ਤਾਂ ਇਹ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਇੱਕ, ਮੈਂ ਸਮਝਦਾ ਕਿ ਆਪਣੇ ਆਪ ਨੂੰ ਬਚਾਉਣ ਲਈ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ। ਹੁਣ ਦੂਜੀ ਗੱਲ ਆ ਗਈ। ਦੂਜੀ ਗੱਲ ਮੈਂ ਪਹਿਲੀ ਵਾਰ ਸੁਣਿਆ ਕਿ ਜਿਹੜਾ ਅਲਾਈਅੰਸ ਹੁੰਦਾ ਹੈ ਇਹ ਦੂਰੀ ਮਾਪ ਨੀਤੀ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਕਰ ਰਹੇ ਨੇ ਔਰ ਕਾਂਗਰਸ ਦੇ ਵੀ ਕਰ ਰਹੇ ਨੇ। ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਜਿਹੜੀ ਗੱਲ ਬਾਜਵਾ ਸਾਹਿਬ ਨੇ ਇਹਨਾਂ ਦੇ ਜਿਹੜੇ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਲੀਅਰ ਹੀ ਕਰਤੀ ਕਿ ਜਦੋਂ ਅਸੀਂ ਅਲਾਈਅੰਸ 2024 ਲਈ ਕਰ ਰਹੇ ਹਾਂ ਤੇ ਫਿਰ 2024 ਲਈ ਅਲਾਈਅੰਸ ਕਰ ਰਹੇ ਹਾਂ ਤੇ ਫਿਰ ਸੀਟ ਜਿਹੜੀ ਵੰਡ ਹੈ ਸੀਟਾਂ ਦੀ ਤੇ ਉਹ ਤਾਂ ਫਿਰ ਹੋਵੇਗੀ। ਲੇਕਿਨ ਉਹਦੇ ਉੱਤੇ ਉਹ ਆਪਣੀ ਹਾਈ ਕਮਾਨ ਦੇ ਉੱਪਰ ਕੁਐਸਚਨ ਕਰ ਰਹੇ ਨੇ। ਲੇਕਿਨ ਅੱਜ ਇੱਕ ਗੱਲ ਸਾਹਮਣੇ ਆ ਗਈ ਹੈ ਬਰਾੜ ਸਾਹਿਬ ਕਿ ਜਿਹੜੇ ਕਹਿੰਦੇ ਹੁੰਦੇ ਸੀ ਕਿ ਬੀਜੇਪੀ ਦੀ ਫਲਾਨੀ ਬੀ ਟੀਮ ਹੈ, ਬੀਜੇਪੀ ਦੀ ਫਲਾਨੀ ਇਹ ਟੀਮ ਹੈ, ਅੱਜ ਬੀਜੇਪੀ ਨਹੀਂ, ਅੱਜ ਜਿਹੜੀ ਕਾਂਗਰਸ ਹੈ ਉਹ ਆਮ ਆਦਮੀ ਪਾਰਟੀ ਦੀ ਬੀ ਟੀਮ ਸ਼ੋ ਹੋ ਚੁੱਕੀ ਹੈ। ਠੀਕ ਹੈ। ਔਰ ਜਿਹੜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਹ ਸੌਹਾਂ ਪਾਉਂਦੇ ਹੁੰਦੇ ਸੀ ਕਿ ਮੈਂ ਕਾਂਗਰਸ ਨਾਲ ਜ਼ਿੰਦਗੀ 'ਚ ਕਦੇ ਸਮਝੌਤਾ ਨਹੀਂ ਕਰੂੰਗਾ, ਉਸੇ ਸਹੁੰ ਦੀ ਉਲੰਘਣਾ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਕੀਤੀ। ਔਰ ਹੁਣ ਜਿਹੜਾ ਅਲਾਈਅੰਸ ਜਿਹੜਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਆਪਣੀ ਕਾਂਗਰਸ ਜਾਂ ਦੇਸ਼ ਦੇ ਵਿੱਚ ਕਰ ਰਹੇ ਨੇ ਤੇ ਉਹ ਵੀ ਉਸੇ ਸਹੁੰ ਦੀ ਉਲੰਘਣਾ ਹੈ। ਸਾਡਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਆਪਣੇ ਸਾਥੀਆਂ ਨੂੰ, ਹੋ ਸਕਦਾ 2-4 ਸਾਥੀ ਸਾਡੇ ਬਾਹਰ ਚਲੇ ਗਏ ਹੁਣ, ਲੇਕਿਨ ਸਾਡੇ ਪੁਰਾਣੇ ਸਾਥੀ ਜਿਨ੍ਹਾਂ ਨਾਲ ਮਿਲ ਕੇ ਅਸੀਂ 2014 ਚ 2019 ਦੇ ਵਿੱਚ ਸਰਕਾਰ ਬਣਾਈ ਸੀ ਔਰ 2024 ਦੇ ਵਿੱਚ ਵੀ ਅਸੀਂ ਸਾਥੀਆਂ ਨਾਲ ਆਵਾਂਗੇ ਜਿੱਥੇ ਬਦਲਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਸਹੁੰ ਚੁੱਕਣਗੇ। ਇਹ ਸਾਰੇ ਆਪਣੇ ਡਰਦੇ ਮਾਰੇ, ਜਿਹੜੀ ਮੈਂ ਇੰਡੀਆ ਦੀ ਤੁਹਾਨੂੰ ਜਿਹੜੀ ਮੈਂ ਸਾਰੀ ਦੱਸਿਆ ਉਹ ਸ਼ਬਦ ਇਹ ਸਾਰਾ ਉਸੇ ਤੇ ਢੁਕਦਾ ਹੈ। ਸੋ ਇਸ ਕਰਕੇ ਜਿਹੜਾ ਅਲਾਈਅੰਸ ਹੈ ਇਹ ਡਰਦੇ ਮਾਰੇ ਕਰ ਰਹੇ ਹੈ। ਸੋ ਕੁੱਲ ਮਿਲਾ ਕੇ ਮਸਲਾ ਗੱਠਜੋੜ ਦਾ ਹੀ ਹੈ ਕਿ ਗੱਠਜੋੜ ਨੂੰ ਲੈ ਕੇ ਕੁਝ ਚੀਜ਼ਾਂ ਹਲੇ ਵੀ ਧੁੰਦਲੀਆਂ ਨੇ, ਸਪਸ਼ਟ ਰੂਪ 'ਚ ਸਾਹਮਣੇ ਨਹੀਂ ਆ ਰਹੀਆਂ। ਗਰੇਵਾਲ ਸਾਹਿਬ, ਸਥਿਤੀ ਸਿਰਫ ਇੰਨੀ ਹੈ ਕਿ ਇਹ ਕਿਸ ਤਰੀਕੇ ਦੀ ਇਕੁਏਸ਼ਨ ਹੈ ਜਾਂ ਇਹ ਕਿਸ ਤਰੀਕੇ ਦਾ ਗੱਠਜੋੜ ਹੈ ਕਿ ਇੱਥੇ ਅਸੀਂ ਇਕੱਠੇ ਆ, ਇੱਥੇ ਅਸੀਂ ਵਿਰੋਧੀ ਆ, ਇੱਥੇ ਅਸੀਂ ਇਕੱਠੇ ਆ, ਇੱਥੇ ਅਸੀਂ ਵਿਰੋਧੀ। ਇਹ ਮਾੜੀ ਜੀ ਇਕੁਏਸ਼ਨ ਸਮਝਾ ਦਿਓ। ਸਾਰੀ ਸਮਝਾਉਣਾ ਜੀ, ਸਾਰੀ ਸਮਝਾਉਣਾ। ਐਕਚੁਅਲੀ ਗੱਲ ਹੈ ਕਿ ਅਕਾਲੀਆਂ ਨੂੰ ਸਾਹ ਆ ਗਿਆ ਹੋਊਗਾ, ਜਿਵੇਂ ਬੀਜੇਪੀ ਵਾਲਿਆਂ ਨੇ ਕਹਿਤਾ ਸਾਡੇ ਪੁਰਾਣੇ ਭਰਾ ਸਾਡੇ ਕੋਲੇ ਆਉਣਗੇ। ਇਹ ਸੰਗਲ ਤੜਾ ਰਹੇ ਸੀ। ਅਕਾਲੀ ਦਲ ਦਾ ਹਾਲ ਸੀ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ। ਇਹ ਤਾਂ ਵਿਚਾਰੇ ਕਹਿੰਦੇ ਸੀ ਕਿ ਇਦੋਂ ਦਾ ਚਟਾਲਾ ਹੀ ਚੰਗਾ ਰਹਿ ਗਿਆ, 5-7 2 ਗਾਲਾਂ ਹੀ ਕੱਢ ਲੈਂਦੇ ਸਾਲ ਖੰਡ। ਪਹਿਲੀ ਗੱਲ, ਚਲੋ ਕੋਈ ਨਹੀਂ, ਧਰਮ ਨੂੰ ਖਤਰੇ 'ਚ ਪਾਉਣ ਵਾਲੇ ਇਕੱਠੇ ਹੋ ਰਹੇ ਆ। ਅਲਾਇੰਸ ਇਹ ਹੈ, ਅਲਾਇੰਸ ਇਹ ਹੈ ਕਿ ਜਿਹੜੇ ਵੀ ਹਿੰਦੂ ਰਾਸ਼ਟਰ ਖਾਲਿਸਤਾਨ ਗਜ਼ਵਾਏ ਹਿੰਦ ਕਰਦੇ ਆ ਉਹ ਇੱਕ ਪਾਸੇ ਹੋਣਗੇ ਤੇ ਜਿਹੜੇ ਕਹਿੰਦੇ ਆ ਕਿ ਨਹੀਂ ਹਿੰਦੁਸਤਾਨ ਇਕੱਠਾ ਰਹੂਗਾ। ਅਸੀਂ ਕਾਂਗਰਸ ਨੂੰ ਹਰ ਚੀਜ਼ ਮੰਨਦੇ ਆ ਪਰ ਅਸੀਂ ਇਹ ਚੀਜ਼ ਕਹਿੰਦੇ ਕਿ ਘੱਟੋ ਘੱਟ ਕਾਂਗਰਸ ਆ ਨਹੀਂ ਕਰਦੀ। ਹਾਂ, ਇਹਨਾਂ ਨੇ ਧਰਮ ਦੀ ਰਾਜਨੀਤੀ ਦੇ ਬੀਜ ਜ਼ਰੂਰ ਬੋਏ ਹੋਣੇ ਕਾਂਗਰਸ ਨੇ ਸਾਰੇ ਪਾਸੇ, ਬਟ ਓਵਰਆਲ ਇਹਨਾਂ ਨੂੰ ਇਹ ਸਮਝ ਆ ਗਈ ਕਿ ਇਹ ਬਹੁਤ ਖਤਰਨਾਕ ਸੋਚ ਹੈ। ਇੱਕ ਵਾਰੀ ਦੇਸ਼ ਦੀ ਵੰਡ ਹੋ ਗਈ, ਮਨੀਪੁਰ ਦਾ ਆਪਾਂ ਐਗਜ਼ਾਮਪਲ ਦੇਖ ਲਿਆ, ਦੁਬਾਰਾ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ। ਦੂਜੀ ਗੱਲ, ਪੰਜਾਬ ਦੇ ਵਿੱਚ ਨਾ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਨਾ ਕਿਸੇ ਹੋਰ ਚੀਜ਼ ਦੇ ਖਿਲਾਫ ਐਕਸ਼ਨ ਬੰਦ ਹੋਊਗਾ, ਉਦਾਂ ਹੀ ਲੋਕ ਅੰਦਰ ਹੋਣਗੇ। ਜਿਹੜੀ ਇਹ ਅਲਾਇੰਸ ਹੋਈ ਹੈ, ਮੈਂ ਮਰ ਜਾ ਹਿਸਟਰੀ ਦਾ ਇਹਨਾਂ ਨੂੰ ਗਿਆਨ ਦੇਣਾ ਕਿ ਬੰਗਾਲ 'ਚ ਵੀ, ਰੱਬ ਤੁਹਾਡਾ ਭਲਾ ਕਰੇ, ਉੜੀਸਾ 'ਚ ਵੀ, ਕੇਰਲਾ 'ਚ ਵੀ ਜਦੋਂ ਵੀ ਇਹ ਯੂਪੀਏ ਬਣੀ ਸੀ, ਹਾਂ ਪ੍ਰੀ ਪੋਲ ਤੇ ਪੋਸਟ ਪੋਲ, ਇਸ ਅਲਾਇੰਸ ਦਾ ਮੈਸੇਜ ਕੀ ਹੈ? ਐਂਡ ਮੋਦੀ ਜੀ ਜਿਹੜੀ ਬੜੀ ਪ੍ਰਤੱਖ ਨੂੰ ਪਮਾਣ ਦੀ आवश्यकता ਕਹਿੰਦੇ ਆ ਸੋਢੀ ਸਾਹਿਬ, एक दिन पहला कह के जाते हैं एनसीपी में 70,000 करोड़ के घपले हैं, अगले दिन सारी एनसीपी अपने करे। शिवसेना में 1 लाख करोड़ के घपले हैं, सारी शिवसेना अपने करे। हुण अद्धी कांग्रेस अद्धे अकाली डेपुटेशन ते तां चलो ये तां आपस चल रही है। ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਇਹ ਧਰਮ ਦੀ ਰਾਜਨੀਤੀ ਕਰਦੇ ਆ, ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੇ ਆ, ਮੁੱਦੇ ਸਾਰੇ ਦੇਖੋ ਇੱਕ ਵੱਖਰੀ ਚੀਜ਼ ਨੇ। ਮੁੱਦਿਆਂ ਦਾ ਜ਼ਿਕਰ ਵੀ ਅੱਜ ਬਹੁਤ ਜ਼ਿਆਦਾ ਹੋਇਆ ਇਸ ਵੇਲੇ ਤੇ ਚਰਚਾ ਇਹ ਹੈ ਵੀ ਜਦੋਂ ਗੱਠਜੋੜ ਹੋ ਗਿਆ, ਜੇ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਜਾਂ ਦਿੱਲੀ ਦੇ ਲੋਕ ਉਸ ਨੂੰ ਕਿਸ ਲਿਹਾਜ਼ ਨਾਲ ਦੇਖਣ ਕਿ ਆਈਡੀਆ ਆਫ ਇੰਡੀਆ ਕਿਵੇਂ ਬਚਦਾ ਹੈ, ਆਈਡੀਆ ਆਫ ਇੰਡੀਆ ਐਜ਼ ਅ ਸੈਕੂਲਰ ਨੇਸ਼ਨ ਕਿਵੇਂ ਬਚਦਾ ਹੈ। ਜਦੋਂ ਜੇ ਇਹਨਾਂ ਨੂੰ ਨਾ ਰੋਕਿਆ ਗਿਆ, ਇਹ ਬਰਾੜ ਸਾਹਿਬ ਦੰਗੇ ਮਨੀਪੁਰ 'ਚ ਕੀ ਹੋ ਰਿਹਾ, ਦੰਗੇ ਕਰਾਉਣਗੇ, ਇਹ ਤਾਂ ਲੋਕਾਂ 'ਚ ਵੰਡੀਆਂ ਪਾ ਦੇਣਗੇ। ਚਲੋ ਆਪਾਂ ਬਰੀਫ ਰੱਖੀਏ ਸਾਰਿਆਂ ਦੀ ਵਾਰੀ ਆਉਣੀ ਹੈ। ਕਲੀਅਰ ਸਾਹਿਬ। ਨਹੀਂ, ਮੈਂ
ਫਿਰ ਦੇਖੋ ਦੋ ਚੀਜ਼ਾਂ ਉਰੇ ਬੜੀ ਗਲਤ ਬਿਆਨੀ ਹੋ ਰਹੀ। ਪਹਿਲਾਂ ਤਾਂ ਕਾਂਗਰਸ ਦੇ ਪ੍ਰਵਕਤਾ ਦੀ ਇਹ ਕਹਿੰਦੇ ਜੀ ਯੂਪੀਏ ਅਲਾਈਅੰਸ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਯੂਪੀਏ ਸੀ ਉਹ ਤਾਂ ਬਣਿਆ ਹੀ 2004 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਸੀ। ਪਹਿਲਾਂ ਯੂਪੀਏ ਹੈ ਨਹੀਂ ਸੀ, ਉਹ ਅਲਾਈਅੰਸ ਹੀ ਬਾਅਦ ਦੇ ਵਿੱਚ ਬਣਿਆ 2004 ਦੀ ਜਨਰਲ ਇਲੈਕਸ਼ਨ ਤੋਂ ਬਾਅਦ। ਦੂਜੀ ਗੱਲ ਕਰਦੇ ਨੇ ਸਾਡੇ ਬਾਬ ਗਰੇਵਾਲ ਸਾਹਿਬ, ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੇ ਸਟੈਂਡ ਦੇ ਉੱਤੇ ਖੜਾ ਹੈ, ਬੀਜੇਪੀ ਦੇ ਨਾਲ ਸੀ, ਡਟ ਕੇ ਨਾਲ ਸੀ। ਜਿੱਦਣ ਕਿਸਾਨਾਂ ਦੇ ਵਿਰੁੱਧ ਸਟੈਂਡ ਲੈ ਲਿਆ, ਛੱਡਤੀ ਵਜ਼ੀਰੀ, ਛੱਡੀ ਐਨਡੀਏ, ਛੱਡਤਾ। ਅੱਜ ਵੀ ਯੂਸੀਸੀ ਤੇ ਆਪਣਾ ਸਟੈਂਡ ਸਪਸ਼ਟ ਲੈ ਕੇ ਬੈਠੇ, ਆਮ ਆਦਮੀ ਪਾਰਟੀ ਵਾਂਗੂ ਨਹੀਂ ਕਿ ਕੇਜਰੀਵਾਲ ਤਾਂ ਕਹਿ ਰਿਹਾ ਕਿ ਮੋਦੀ ਸਾਹਿਬ ਠੀਕ ਕਰ ਰਹੇ ਨੇ, ਭਗਵੰਤ ਮਾਨ ਉਰੇ ਉਲਟ ਬਿਆਨ ਦੇ ਰਿਹਾ ਤੇ ਬੈਠੇ ਇਕੱਠੇ ਨੇ ਇੱਕੋ ਮੀਟਿੰਗ ਦੇ ਵਿੱਚ। ਔਰ ਦੂਸਰੀ ਗੱਲ ਦੇਖੋ, ਇਹ ਹਲੇ ਤੱਕ ਇਹ ਕਲੀਅਰ ਨਹੀਂ ਕਰ ਪਾ ਰਹੇ, ਇਹਨਾਂ ਨੂੰ ਅਸਲ 'ਚ ਦੱਸਣਾ ਚਾਹੀਦਾ ਕਿ ਕੇਜਰੀਵਾਲ ਨੂੰ ਤਾਂ ਲੋੜ ਹੈ ਕਾਂਗਰਸ ਦੀ ਆਰਡੀਨੈਂਸ ਰੋਕਣ ਦੇ ਲਈ ਕਿ ਕਿਸੇ ਤਰੀਕੇ ਮੇਰੀਆਂ ਪਾਵਰਾਂ ਵੱਜ ਜਾਣ, ਜਿਹਦੇ ਕਰਕੇ ਪੰਜਾਬ ਦਾ ਪੈਸਾ ਦਿੱਲੀ 'ਚ ਫੂਕਿਆ ਜਾ ਰਿਹਾ ਹੈ, ਹੈਲੀਕਾਪਟਰ ਘੁਮਾਇਆ ਜਾ ਰਿਹਾ, ਫੈਲਕਨ ਜਹਾਜ਼। ਔਰ ਕਾਂਗਰਸ ਨੂੰ ਪੰਜਾਬ 'ਚ ਕਾਹਦੀ ਲੋੜ ਹੈ? ਵਿਜੀਲੈਂਸ ਤੋਂ ਬਚਣ ਦੀ। ਸੋ ਇਹ ਵਾਲਾ ਅਲਾਇੰਸ ਇਹਨਾਂ ਦਾ ਹੈ, ਇਹ ਇਹਨਾਂ ਦਾ ਕਾਮਨ ਮਿਨੀਮਮ ਪ੍ਰੋਗਰਾਮ ਹੈ। ਇਹ ਬਾਬ ਗਰੇਵਾਲ ਸਾਹਿਬ ਨੇ ਮੇਰੀਆਂ ਦੋ ਗੱਲਾਂ ਦਾ ਜਵਾਬ ਨਹੀਂ ਦਿੱਤਾ ਕਿ ਜੀ ਜਿਹੜੇ ਅੰਦੋਲਨ 'ਚੋਂ ਆਮ ਆਦਮੀ ਪਾਰਟੀ ਨਿਕਲੀ ਸੀ, ਕੀ ਹੁਣ ਆਪਣੀ ਵਿਚਾਰਧਾਰਾ ਕੰਪਰੋਮਾਈਜ਼ ਕਰ ਲਈ? ਕਿਉਂਕਿ ਉਹ ਤਾਂ ਕਾਂਗਰਸ ਦੀ ਕਰਪਸ਼ਨ ਦੇ ਖਿਲਾਫ ਸੀ। ਜਿਹੜਾ ਮੈਂਡੇਟ ਪੰਜਾਬ ਨੇ ਇਹਨਾਂ ਨੂੰ ਦਿੱਤਾ 92 ਸੀਟਾਂ ਦਾ, ਉਹ ਕਾਹਦੇ ਤੇ ਦਿੱਤਾ? ਕਾਂਗਰਸ ਨੇ ਜੋ ਕਰਪਸ਼ਨ ਕੀਤੀ। ਇਹ ਕੀ ਕਹਿੰਦੇ ਨੇ ਕਿ ਜੀ ਇਹਨਾਂ ਦੇ ਮੰਤਰੀ ਅਸੀਂ ਫੜ ਕੇ ਅੰਦਰ ਦੇ ਰਹੇ ਹਾਂ, ਬਹੁਤ ਵੱਡੇ ਘੁਟਾਲੇ ਹੋਏ ਨੇ ਉਹਦੇ। ਔਰ ਤੀਸਰੀ ਗੱਲ ਇਹ ਕਹਿੰਦੇ ਜੀ ਕਾਂਗਰਸ ਨੇ ਕਦੇ ਇਹੀ ਜੀ ਗੱਲ ਨਹੀਂ ਕੀਤੀ, ਧਰਮ ਦੀ ਗੱਲ ਨਹੀਂ ਕੀਤੀ। ਅੱਜ ਇਹ ਬਾਬ ਗਰੇਵਾਲ ਸਾਹਿਬ ਨੇ ਕੀ 84 ਤੇ ਕਲੀਨ ਚਿੱਟ ਦੇਤਾ ਕਾਂਗਰਸ ਨੂੰ? ਕੀ ਦਿੱਲੀ ਦੀਆਂ ਸੜਕਾਂ ਤੇ ਡੁੱਲੇ ਹੋਏ ਸਿੱਖਾਂ ਦੇ ਖੂਨ ਦਾ ਕਲੀਨ ਚਿੱਟ ਦੇਤਾ? ਕੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਕਲੀਨ ਚਿੱਟ ਦੇਤਾ? ਸੋ ਕਿਹੜੀਆਂ ਗੱਲਾਂ ਕਰਦੇ ਹੋ ਗਰੇਵਾਲ ਸਾਹਿਬ? ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਤੁਸੀਂ ਮਿਲੇ ਹੋਏ ਸੀ ਦੋਨੋਂ, ਲੁਕ ਛਿਪ ਕੇ ਖੇਡਦੇ ਸੀ। ਚਲੋ ਜਵਾਬ ਲੈ ਲਓ, 25 ਥੋੜੀ ਜਵਾਬ ਲੈ ਲਓ, ਸੀ, ਲੋਕਾਂ ਦੇ ਸਾਹਮਣੇ ਆ ਗਈ ਗੱਲ। ਜਵਾਬ ਲੈ ਲਓ, ਕਲੀਅਰ ਸਾਹਿਬ ਜਵਾਬ ਲੈ ਲਓ, ਫਿਰ ਮੈਂ ਵਿਦਰੋਹੀ ਜੀ ਤੋਂ ਕਮੈਂਟ ਲੈਣਾ ਜੀ। ਸਾਡੀ ਲੜਾਈ ਭ੍ਰਸ਼ਟਾਚਾਰ ਦੇ ਖਿਲਾਫ ਸੀ, ਇੰਸਟੀਟਿਊਸ਼ਨਲ ਕਾਂਗਰਸ, ਬੀਜੇਪੀ, ਅਕਾਲੀਆਂ ਦੇ ਜੀ ਤੋਂ ਸਾਡੀ ਪਾਰਟੀ ਉੱਠੀ ਹੈ। ਪਹਿਲੀ ਗੱਲ ਮੈਂ 35 ਸੱਟੇ ਕਿਹਾ ਕਿ ਧਰਮ ਦੀ ਰਾਜਨੀਤੀ ਕਾਂਗਰਸ ਨੇ ਸ਼ੁਰੂ ਕੀਤੀ, ਰਾਮ ਮੰਦਿਰ ਦੀ 84 ਦੀ ਕਾਂਗਰਸ। ਹੁਣ ਇਹਨਾਂ ਨੂੰ ਅਕਲ ਆ ਗਈ, ਇਹਨਾਂ ਨੂੰ ਅਕਲ ਆ ਗਈ ਕਿ ਵੰਡ ਕੇ ਇਹਨਾਂ ਨੇ ਵੀ ਦੇਖ ਲਿਆ ਕਿ ਹੁਣ ਬੀਜੇਪੀ ਤਾਂ ਹੋਰ ਖਤਰਨਾਕ ਕਰ ਰਹੀ ਹੈ। ਤੀਜੀ ਗੱਲ, ਤੁਸੀਂ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ, ਤੁਸੀਂ ਦੋਵੇਂ ਭਰਾ ਨਾ ਇਕੱਠੇ ਹੋਏ ਹੋ, ਹਿੰਦੂ ਸਿੱਖ ਏਕਤਾ ਲਈ ਖਤਰੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਨਹੀਂ ਖਰਾਬ ਹੋਣ ਦਿੱਤਾ। ਵਿਚਾਰਧਾਰਾ ਦੀ ਗੱਲ ਪੁੱਛ ਰਹੇ ਹਾਂ ਜੀ, ਤੁਹਾਡੀ ਵਿਚਾਰਧਾਰਾ ਕੰਪਰੋਮਾਈਜ਼ ਹੋ ਗਈ? ਇਹ ਬਾਬ ਗਰੇਵਾਲ ਸਾਹਿਬ ਸਿੱਧਾ ਜਵਾਬ ਦਿਓ ਨਾ। ਸਾਡੇ ਸਟੈਂਡ ਸਪਸ਼ਟ ਨੇ, ਸਾਡੇ ਗੱਠਜੋੜ ਮੁੱਦਿਆਂ ਤੇ ਆਧਾਰਿਤ ਸੀਗੇ, ਟੁੱਟ ਗਏ। ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪ੍ਰੋਗਰਾਮ ਹੈ, ਲੈ ਕੇ ਚੱਲ ਰਹੇ ਹਾਂ। ਤੁਸੀਂ ਆਪਣੀ ਵਿਚਾਰਧਾਰਾ ਕਲੀਅਰ ਕਰੋ, ਕੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ, ਕੀ ਕਾਂਗਰਸ ਦੀ ਹੈ? ਕਿੱਥੇ ਗਏ ਉਹ ਤੁਹਾਡੇ ਕੇਜਰੀਵਾਲ ਦੇ ਬਿਆਨ ਜਿਹੜੇ ਕਹਿੰਦੇ ਸੀ ਸਰਦਾਰ ਮਨਮੋਹਨ ਸਿੰਘ ਤੇ ਨਾਲ ਕਿਹਦੀ ਬਰਾਤ? ਕੀ ਕਹਿੰਦੀ ਸੀ ਕੇਜਰੀਵਾਲ? ਇਹ ਜਵਾਬ ਦਿਓ ਲੋਕਾਂ ਨੂੰ। ਚਲੋ ਜਵਾਬ ਲੈ ਲਈਏ, ਜਵਾਬ ਲੈ ਲਈਏ, ਸ਼ੋਰ ਸ਼ਰਾਬੇ ਚਲਾ ਰਹੇ ਜੀ। ਸਾਡਾ ਕਿਤੇ ਕੁਝ ਨਹੀਂ ਗਿਆ ਜੀ, ਉਦਾਂ ਹੀ ਭ੍ਰਸ਼ਟਾਚਾਰੀਆਂ ਦੇ ਖਿਲਾਫ ਅਕਾਲੀ, ਭਾਜਪਾ, ਕਾਂਗਰਸੀਏ ਸਾਰਿਆਂ ਦੇ ਖਿਲਾਫ ਐਕਸ਼ਨ ਚੱਲੂ। ਕੋਈ ਸੀਟ ਸ਼ੇਅਰਿੰਗ ਪੰਜਾਬ 'ਚ ਨਹੀਂ ਹੋ ਰਹੀ। ਐਂਡ ਮੋਰ ਇੰਪੋਰਟੈਂਟਲੀ, ਦੇਸ਼ 'ਚ ਜਿਹੜੇ ਧਰਮ ਨੂੰ ਖਤਰੇ 'ਚ ਪਾ ਕੇ ਆਪਣੀ ਰਾਜਨੀਤਿਕ ਰੇਟੀਆਂ ਸੇਕਦੇ ਆ, ਚਾਹੇ ਅਕਾਲੀ, ਚਾਹੇ ਭਾਜਪਾਈ, ਚਾਹੇ ਉਹ ਅਵੇਸੀ ਵਰਗੇ, ਇਹ ਜੇ ਸੇਕਦੇ ਆ, ਇਹਨਾਂ ਸਭ ਦੇ ਖਿਲਾਫ ਖੜੇ ਆ। ਐਂਡ ਇਹ ਮੇਰੇ ਵੀਰ ਇਕੱਠੇ ਨਾ ਹੋਣ ਜੇ ਪੱਕੇ ਆ ਆਪਣੇ ਪ੍ਰੋਗਰਾਮ ਤੁਸੀਂ ਉਹ ਖੜੇ ਰਹਿ ਗਏ, ਮੈਨੂੰ ਲੱਗਦਾ ਕੇਜਰੀਵਾਲ ਤੇ ਸੱਦੇ ਨਹੀਂ ਤਾਂ ਬਹਿ ਗਏ, ਉਹਨਾਂ ਦਿੱਲੀ ਜਾ ਕੇ ਬਹਿ ਗਏ। ਇਹਨਾਂ ਨੂੰ ਤੇ ਅੱਜ ਮੀਟਿੰਗ ਹੋ ਰਹੀ ਆ, ਉਹਦੇ 'ਚ ਨਹੀਂ ਗਏ, ਸੱਦੇ ਵੀ ਨਹੀਂ ਤੇ ਗਏ ਵੀ ਨਹੀਂ। ਇਹ ਬੁਲਾਉਂਦਾ ਪੱਲੇ ਕੀ ਆ? ਚਲੋ ਬਹੁਤ ਕੁਛ ਹੈ। ਅਸੀਂ 10 ਸਾਲ ਉਰੇ ਪੰਜਾਬ ਦੀ ਸੇਵਾ ਕੀਤੀ ਹੈ, ਤੁਹਾਨੂੰ 1.5 ਸਾਲ ਹੋਇਆ ਵਿਦਰੋਹੀ ਜੀ ਦਿੱਲੀ ਵਾਲੇ ਵੇਚ ਕੇ ਤੁਰਦੇ ਬਣੇ। ਜਿਵੇਂ ਰਾਜ ਸਭਾ ਦੀ ਸੀਟਾਂ ਵੀ ਕੀਆਂ, ਉਵੇਂ ਹੁਣ ਤੁਸੀਂ ਫੇਰ ਵਿਕ ਗਏ। ਤੁਹਾਡੇ ਪੱਲੇ ਹੀ ਕੀ ਹੈ ਪੰਜਾਬ ਵਾਲੇ? चलो एक सेकंड, आम आदमी पार्टी पंजाब जी 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 सरकार देखिए, आप मैं पंजाब का उदाहरण देता हूँ। भाजपा कितनी दोगली पार्टी है। पंजाब में जब अमरिंदर सिंह कांग्रेस के मुख्यमंत्री थे तब वो भ्रष्ट थे। उनके बेटे के खिलाफ, उनके खिलाफ, प्रणीत कौर के खिलाफ मनी लॉन्ड्रिंग का केस था। ISI का एजेंट था, वो पाकिस्तान का एजेंट था। और वो पाकिस्तान का कथित एजेंट, वो कथित भ्रष्टाचारी भाजपा में जाते ही पाक साफ हो गया, पवित्र हो गया। तो दोगले तो ये भाजपा वाले हैं। मोदी जी का चाल चरित्र देखिए, जिनको ये परिवारवादी बता रहे हैं। 38 पार्टियां हैं जिनके मैं आपको पूरे नाम कहो तो गिना दूं, जिनकी बैठक हो रही है। उनके अंदर 95% पार्टियां परिवारवादी हैं। 90% पार्टियां ऐसी हैं जिनके खिलाफ ED CBI के केस भाजपा ने चला रखे हैं और ED CBI के बल पर उनको अपने पास ला रहे हैं। तो सबसे बड़े भ्रष्टाचारियों के संरक्षक तो मोदी हैं कि मोदी जी के पास चले जाओ,
तो भ्रष्टाचार खत्म, और जब मोदी का विरोध करो तो भ्रष्टाचार है, परिवारवादी है। और ये व्यक्ति कितना डरपोक और कायर है, पार्लियामेंट में खड़े होकर कहता है एक अकेला मोदी सब पर भारी। अगर ये इतना ही सब पर भारी है तो क्यों जो ही इसको लगा कि भाई नहीं बात सुनिए ना, आपने उनकी सुनी, मेरी भी सुनी। उनको लगा कि भाई अलायंस हो रहा है, विपक्ष इकट्ठा हो रहा है, जिस